ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਯੂਨੀਕ ਪਰਸਨ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਐਸੀਆਂ ਉੱਚੀਆਂ ਮਹਾਨ ਹਸਤੀਆਂ ਦੇ ਜਿਹੜੀਆਂ ਜੀਵਨ ਘਟਨਾਵਾਂ ਹੈ ਉਹਨਾਂ ਦਾ ਜਿਹੜਾ ਕੁਛ ਵੇਰਵਾ ਨਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ, ਤਾਂ ਜੋ ਸਾਨੂੰ ਉਹਨਾਂ ਹਸਤੀਆਂ ਉਹਨਾਂ ਆਤਮਾਵਾਂ ਦੇ ਦਰਸ਼ਨ ਹੋ ਸਕਣ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਜਿਹੇ ਕਾਰਜ ਕੀਤੇ ਹੈ ਨਾ, ਜਿਨ੍ਹਾਂ ਦੀ ਮਿਸਾਲ ਜਿਹੜੀ ਹੈ ਉਹ ਉਹਨਾਂ ਹੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਰਪਣ ਕੀਤਾ ਹੈ। ਸੋ ਇਹੋ ਜਿਹੀਆਂ ਮਹਾਨ ਹਸਤੀਆਂ ਵਿੱਚ ਇੱਕ ਸ੍ਰੀ ਮੁਰਾਰੀ ਜੀ ਹੋਏ ਆ ਮਹਾਂਪੁਰਖ। ਇਹ ਜਿਹੜੇ ਸ੍ਰੀ ਮੁਰਾਰੀ ਜੀ ਸੀ, ਇਹ ਰਾਜਸਥਾਨ ਦਾ ਜਿਹੜਾ ਰਾਜਾ ਸੀ ਉਹਦੇ ਧਰਮ ਗੁਰੂ ਸੀਗੇ। ਇੱਕ ਵਾਰ ਇਹਨਾਂ ਦੇ ਜੀਵਨ ਦੀ ਬੜੀ ਵੱਡੀ ਘਟਨਾ ਕਿ ਇੱਕ ਵਾਰ ਕਿਤੇ ਜਾ ਰਹੇ ਸੀਗੇ ਕਿ ਇੱਕ ਰਸਤੇ ਦੇ ਵਿੱਚ ਕੋਈ ਛੋਟਾ ਜਿਹਾ ਨਗਰ ਆਇਆ, ਪਿੰਡ ਆਇਆ, ਛੋਟਾ ਜਿਹਾ ਹਲਕਾ ਜਿਹਾ। ਜਦ ਉੱਥੋਂ ਦੀ ਗਲੀ ਵਿੱਚ ਦੀ ਲੰਘਣ ਲੱਗੇ ਨਾ, ਉੱਥੇ ਕੀ ਸੀਗਾ ਕਿ ਇੱਕ ਉੱਥੇ ਜਾਣੀ ਕਿ ਆਪਣੇ ਇੱਕ ਹਰੀਜਨਾਂ ਦਾ ਘਰ ਸੀਗਾ ਜਿਹਨੂੰ ਨੂੰ ਅਸੀਂ ਚਮਾਰ ਜਾਤੀ ਦੇ ਆਦਮੀ ਕਹਿ ਦਿੰਦੇ ਹਾਂ। ਸੋ ਉਸ ਘਰ ਦੇ ਵਿੱਚ ਇੱਕ ਜਿਹੜੇ ਭਗਤ ਸੀਗੇ ਉਹ ਵਾਹਿਗੁਰੂ ਦੀ ਬੰਦਗੀ ਕਰਦੇ ਹੁੰਦੇ ਸੀ। ਜਦ ਉਹ ਭਗਤ ਰਵਿਦਾਸ ਮਹਾਰਾਜ ਦੀ ਇਬਾਦਤ ਕਰਦੇ ਸੀ, ਬੰਦਗੀ ਕਰਦੇ ਸੀਗੇ, ਇਸ ਬੰਦਗੀ ਤੋਂ ਬਾਅਦ ਉਹ ਚਰਨਾਮਤ ਅੰਮ੍ਰਿਤ ਜਿਹੜਾ ਸੀਗਾ ਵੀ ਉਹ ਦਿੰਦੇ ਸੀ ਸੰਗਤਾਂ ਨੂੰ ਛਕਾਉਣ ਵਾਸਤੇ। ਸੋ ਇਸ ਤਰ੍ਹਾਂ ਜਦੋਂ ਉਹਨਾਂ ਨੇ ਜਿਹੜਾ ਸੀਗਾ ਆਪਣੇ ਇਸ਼ਟ ਨੂੰ ਭੋਗ ਲਾਇਆ ਤੇ ਫਿਰ ਭੋਗ ਲਾਉਣ ਤੋਂ ਬਾਅਦ ਉਹਨਾਂ ਨੇ ਜਾਣੀ ਇਹ ਕਹਿਣਾ ਸ਼ੁਰੂ ਕੀਤਾ ਕਿ ਕਿਸੇ ਨੇ ਕੋਈ ਚਰਨਾਮਤ ਅੰਮ੍ਰਿਤ ਪੀਣਾ ਹੈਗਾ ਤਾਂ ਪੀ ਸਕਦਾ ਹੈਗਾ। ਜਦ ਇਸ ਤਰ੍ਹਾਂ ਉਹ ਜਿਹੜਾ ਸੀਗਾ ਸ਼ਖਸ ਆਪਣੇ ਜੋ ਰੋਜ਼ਾਨਾ ਉਹਦਾ ਨੇਮ ਸੀਗਾ ਉਹਦੇ ਅਨੁਸਾਰ ਚਰਨਾਮਤ ਅੰਮ੍ਰਿਤ ਦਾ ਜਿਹੜਾ ਸੀਗਾ ਉਹ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਉੱਚੀ ਲਾਪ ਕਰ ਰਿਹਾ ਸੀਗਾ। ਕੁਦਰਤੀ ਉੱਥੋਂ ਸ੍ਰੀ ਮੁਰਾਰੀ ਜੀ ਜਿਹੜੇ ਮਹਾਂਪੁਰਖ ਸੀ ਲੰਘੇ, ਇਹ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਵੀ ਪਈ। ਉਹ ਅੰਦਰ ਚਲ ਗਏ। ਜਦ ਗਏ ਤਾਂ ਉਹ ਜਿਹੜਾ ਭਗਤ ਸੀਗਾ, ਉਹ ਭਗਤ ਇਹਨਾਂ ਨੂੰ ਦੇਖਦੇ ਸਾਰੀ ਕੰਬਣ ਲੱਗ ਪਿਆ, ਕਿਉਂਕਿ ਇੱਕ ਤਾਂ ਉੱਚ ਕੋਟੀ ਦੇ ਬ੍ਰਾਹਮਣ ਸੀਗੇ, ਦੂਸਰੇ ਉਹ ਰਾਜਸਥਾਨ ਦੇ ਰਾਜੇ ਦੇ ਜਿਹੜੇ ਸੀਗੇ ਉਹ ਧਰਮ ਗੁਰੂ ਵੀ ਸੀਗੇ। ਤੇ ਜਦ ਇੰਨੀ ਗੱਲ ਹੋਈ ਉਹ ਕੰਬਣ ਲੱਗ ਪਿਆ। ਤੇ ਕੰਬਦੇ ਉਹਨੇ ਕਿਹਾ ਵੀ ਤੁਸੀਂ ਜਾਣੀ ਕਿ ਜਿਹੜੀ ਗਲਤੀ ਕਰ ਲਈ, ਤੁਸੀਂ ਮੇਰੇ ਘਰ ਆ ਗਏ, ਕਿਉਂਕਿ ਮੈਂ ਤਾਂ ਬਹੁਤ ਹੀ ਜਾਣੀ ਕਿ ਜਿਹੜੀ ਹੈਗੀ ਆ ਉਹ ਐਸੀ ਨੀਚ ਜਾਤ ਦੇ ਵਿੱਚ ਵਾਂ ਕਿ ਮੈਂ ਤੁਹਾਨੂੰ ਚਰਨਾਮਤ ਅੰਮ੍ਰਿਤ ਨਹੀਂ ਦੇ ਸਕਦਾ। ਪਰ ਦੇਖੋ ਸ੍ਰੀ ਮੁਰਾਰੀ ਜੀ ਦਾ ਉਹਦੇ ਪ੍ਰਤੀ ਜਾਣੀ ਜੋ ਸਦਭਾਵਨਾ, ਜੋ ਗੱਲਬਾਤ ਸੀਗੀ, ਸ੍ਰੀ ਮੁਰਾਰੀ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਉੱਚ ਕੋਟੀ ਦਾ ਜੇ ਕੋਈ ਬ੍ਰਾਹਮਣ ਹੋਵੇ ਨਾ ਤੇ ਲੇਕਿਨ ਉੱਚ ਕੋਟੀ ਦਾ ਬ੍ਰਾਹਮਣ ਜਾਤ ਦੇ ਵਿੱਚ ਜਨਮ ਲੈ ਕੇ ਅਗਰ ਉਹ ਜਿਹੜਾ ਇਨਸਾਨ ਹੈਗਾ, ਉਹ ਸ਼ਖਸ ਹੈਗਾ ਭਗਤਹੀਣ ਹੋਵੇ ਤਾਂ ਫਿਰ ਕਹਿੰਦੇ ਉਹ ਚੰਡਾਲ ਤੋਂ ਵੀ ਨੀਵਾਂ ਹੈਗਾ। ਅਗਰ ਕੋਈ ਨੀਵੀਂ ਜਾਤ ਦੇ ਵਿੱਚ ਵਾਹਿਗੁਰੂ ਦੀ ਭਗਤੀ ਕਰੇ, ਬੰਦਗੀ ਕਰੇ, ਤੇ ਉਹ ਬ੍ਰਾਹਮਣ ਤੋਂ ਵੀ ਕਈ ਗੁਣਾ ਸ੍ਰੇਸ਼ਟ ਵਾ। ਜਦ ਇਹ ਗੱਲ ਕੀਤੀ ਤੇ ਇਹਨਾਂ ਨੇ ਫਿਰ ਉਹ ਤੋਂ ਚਰਨਾਮਤ ਦਾ ਅੰਮ੍ਰਿਤ ਪੀਤਾ ਸੀਗਾ ਸ੍ਰੀ ਮੁਰਾਰੀ ਜੀ ਨੇ। ਜਦ ਚਰਨਾਮਤ ਅੰਮ੍ਰਿਤ ਪੀਤਾ ਦੇਖੋ ਇਹਦੀ ਜਿਹੜੀ ਗੱਲ ਸੀਗੀ, ਜਿਹੜੇ ਹੋਰ ਨਾਲ ਦੇ ਹੋਰ ਉਸ ਟਾਈਮ ਦੇ ਬ੍ਰਾਹਮਣ ਸੀਗੇ, ਉਹਨਾਂ ਨੇ ਕੀਤਾ ਇਹਨਾਂ ਦੀ ਜਿਹੜੀ ਗੱਲ ਸੀਗੀ ਉਹ ਰਾਜੇ ਤੱਕ ਪਹੁੰਚਾਤੀ। ਜਦ ਰਾਜੇ ਨੂੰ ਪਤਾ ਲੱਗਾ ਕਿ ਮੇਰੇ ਹੀ ਜਿਹੜਾ ਰਾਜ ਦਾ ਧਰਮ ਗੁਰੂ ਆ ਸ੍ਰੀ ਮੁਰਾਰੀ ਜੀ, ਉਹਨੇ ਕਿਸੇ ਨੀਵੀਂ ਜਾਤੀ ਬੰਦੇ ਤੋਂ ਚਰਨਾਮਤ ਅੰਮ੍ਰਿਤ ਪੀ ਲਿਆ, ਉਹ ਰਾਜਾ ਜਿਹੜਾ ਸੀ ਬੜਾ ਗੁੱਸੇ ਹੋਇਆ ਵੀ ਇਹ ਤੁਸੀਂ ਬਹੁਤ ਵੱਡੀ ਅਵਗਿਆ ਕਰ ਦਿੱਤੀ ਆ। ਜਦ ਇੰਨੀ ਗੱਲ ਹੋਈ ਹੈ ਤੇ ਸ੍ਰੀ ਮੁਰਾਰੀ ਜੀ ਜਿਹੜੇ ਸੀਗੇ ਉਹਨਾਂ ਨੇ ਰਾਜੇ ਨੂੰ ਇਹ ਕਿਹਾ ਹੈਗਾ ਕਿ ਹਰੇਕ ਦੇ ਵਿੱਚ ਪਰਮੇਸ਼ਰ ਵੱਸਦਾ ਹੈਗਾ, ਚਾਹੇ ਕੋਈ ਜੀਵ ਜਿਹੜਾ ਹੈਗਾ ਜਿਹਦਾ ਜਨਮ ਚਾਹੇ ਨੀਵੀਂ ਜਾਤ 'ਚ ਹੋਇਆ ਚਾਹੇ ਉੱਚੀ ਜਾਤ 'ਚ ਹੋਇਆ, ਪਰ ਜਿਹੜਾ ਵੀ ਰੱਬ ਦੇ ਨਾਲ ਜੁੜਿਆ ਹੈਗਾ ਬਸ ਉਹ ਸਭ ਤੋਂ ਸ੍ਰੇਸ਼ਟ ਹੈ। ਪਰ ਰਾਜਾ ਜਿਹੜਾ ਸੀਗਾ ਉਹ ਸੁਣ ਕੇ ਸਾਰੀ ਗੱਲ ਬਸ ਸਮਝਦਾ ਜਾਂ ਨਾ ਸਮਝਦਾ ਹੋਇਆ ਚੁੱਪ ਕਰ ਗਿਆ। ਪਰ ਸ੍ਰੀ ਮੁਰਾਰੀ ਜੀ ਮਹਾਂਪੁਰਖਾਂ ਨੇ ਦੇਖਿਆ ਕਿ ਰਾਜਾ ਦੇ ਉੱਤੇ ਮੇਰੀ ਗੱਲ ਦਾ ਕੋਈ ਖਾਸ ਅਸਰ ਨਹੀਂ ਹੋਇਆ, ਇਸ ਕਰਕੇ ਸ੍ਰੀ ਮੁਰਾਰੀ ਜੀ ਨੇ ਉਹ ਰਾਜੇ ਦਾ ਜਿਹੜਾ ਧਰਮ ਗੁਰੂ ਦਾ ਜਿਹੜਾ ਉਹਦਾ ਸੀਗਾ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਤੇ ਆਪ ਛੱਡ ਕੇ ਕਿਤੇ ਦੂਰ ਚਲੇ ਗਏ। ਹੁਣ ਦੇਖੋ ਜਿਉਂ ਹੀ ਸ੍ਰੀ ਮੁਰਾਰੀ ਜੀ ਜਿਹੜੇ ਸੀਗੇ ਉਹ ਰਾਜੇ ਦਾ ਜਿਹੜਾ ਸੀਗਾ ਉਹ ਮਹਿਲ ਜਿੱਥੇ ਉਹ ਜਿਹੜੀ ਕਥਾ ਵਿਚਾਰ ਕਰਦੇ ਹੁੰਦੇ, ਸੰਗਤਾਂ ਆਉਂਦੀਆਂ ਸੀ, ਸਾਧੂ ਆਉਂਦੇ ਹੁੰਦੇ ਸੀ, ਉਹ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀਆਂ ਭਗਤ ਮੰਡਲੀਆਂ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੀਆਂ ਸੀਗੀਆਂ ਉਹ ਵੀ ਆਉਣੀਆਂ ਬੰਦ ਹੋ ਗਈਆਂ। ਸੋ ਰਾਜੇ ਦਾ ਜਿਹੜਾ ਮਹਿਲ ਸੀਗਾ ਉਹ ਸੁੰਨਾ ਹੋ ਗਿਆ ਸੰਤਾਂ ਤੋਂ, ਸੰਗਤ ਤੋਂ, ਭਗਤਾਂ ਤੋਂ। ਫਿਰ ਜਿਹਨੂੰ ਸੁਣ ਕੇ ਫਿਰ ਰਾਜੇ ਦੇ ਮਨ ਦੇ ਵਿੱਚ ਬੜਾ ਅਹਿਸਾਸ ਹੋਇਆ ਮੈਂ ਬੜੀ ਗਲਤੀ ਕਰ ਦਿੱਤੀ ਆ, ਕਿਉਂਕਿ ਮੈਂ ਅਸਲ ਮਨੋਰਥਾਂ ਵਿੱਚ ਧਰਮ ਨੂੰ ਸਮਝ ਨਹੀਂ ਸਕਿਆ। ਇਸ ਕਰਕੇ ਰਾਜਾ ਖੁਦ ਜਿਹੜਾ ਸੀਗਾ ਜਿੱਥੇ ਸ੍ਰੀ ਮੁਰਾਰੀ ਜੀ ਦਾ ਪਤਾ ਕਰਨ ਜਿਹੜਾ ਸੀਗਾ ਪਹੁੰਚਿਆ ਕਿ ਕਿੱਥੇ ਆ। ਜਦ ਉਹਨੂੰ ਪਤਾ ਲੱਗਾ ਕਿ ਸ੍ਰੀ ਮੁਰਾਰੀ ਜਿਹੜੇ ਸੰਤ ਮਹਾਂਪੁਰਖਾਂ ਕਿਤੇ ਦੂਰ ਜਿਹੜੇ ਹੈਗੇ ਇਸ ਜਗ੍ਹਾ ਬੈਠੇ ਆ, ਰਾਜਾ ਉੱਥੇ ਖੁਦ ਗਿਆ।
ਖੁਦ ਜਾ ਕੇ ਸ੍ਰੀ ਮੁਰਾਰੀ ਜੀ ਦੇ ਚਰਨਾਂ 'ਤੇ ਢਹਿ ਗਏ ਹਨ। ਰਾਜੇ ਨੇ ਮਾਫੀ ਮੰਗੀ ਸੀਗੀ। ਫਿਰ ਜਿਹੜੇ ਸੀ ਸ੍ਰੀ ਮੁਰਾਰੀ ਜੀ ਜਿਹੜੇ ਸੀਗੇ ਫਿਰ ਵਾਪਸ ਆਏ ਸੀ ਰਾਜੇ ਦੇ ਪਾਸ। ਫਿਰ ਦੇਖੋ ਸ੍ਰੀ ਮੁਰਾਰੀ ਜੀ ਸਮਾਂ ਪਾ ਕੇ ਕੀਰਤਨ ਕਰਦੇ ਹੁੰਦੇ ਸੀ, ਉਪਦੇਸ਼ ਬੰਦਗੀ ਕਰਦੇ ਹੁੰਦੇ ਸੀ। ਇੱਕ ਵਾਰੀ ਕੀ ਹੋਇਆ ਕਿ ਉਹ ਇੱਦਾਂ ਹੀ ਹੈ ਨਾ ਸੰਗਤ ਦੇ ਵਿੱਚ ਕੀਰਤਨ ਕਰਦੇ ਉਹਨਾਂ ਨੇ ਆਪਣਾ ਜਿਹੜਾ 5 ਭੂਤਕ ਸਰੀਰ ਸੀਗਾ ਉਹ ਜਿਹੜਾ ਸੀਗਾ ਉਹ ਤਿਆਗ ਦਿੱਤਾ ਸੀਗਾ ਅਤੇ ਆਪ ਬੈਕੁੰਠ ਧਾਮ ਚਲੇ ਗਏ ਸੀ। ਇਹ ਆ ਜਾਣੀ ਸ੍ਰੀ ਮੁਰਾਰੀ ਜੀ ਦੀ ਜਿਹੜੀ ਹੈ ਨਾ ਜਿਹੜੀ ਇੱਕ ਆਤਮਿਕ ਕਥਾ ਦੇ ਵਿੱਚ ਉਹਨਾਂ ਦਾ ਇੱਕ ਛੋਟੀ ਜਿਹੀ ਜਿਹੜੀ ਘਟਨਾ ਜਿਹੜੀ ਬਹੁਤ ਵੱਡਾ ਸੰਦੇਸ਼ ਦਿੰਦੀ ਆ ਕਿ ਭਾਈ ਜਿਹੜਾ ਇਨਸਾਨ ਕੋਈ ਵੀ ਜਿਹੜਾ ਰੱਬ ਦੀ ਬੰਦਗੀ ਭਗਤੀ ਕਰਦਾ ਉਹਦਾ ਕੋਈ ਖਾਸ ਧਰਮ ਨਹੀਂ, ਉਹਦੀ ਕੋਈ ਖਾਸ ਜਾਤ ਨਹੀਂ ਹੈਗੀ। ਬਸ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਜਲ ਤੇ ਪੁਜ ਤਰੰਗ ਜੋ ਜਲ ਹੀ ਵਿਖੇ ਸਮਾਏ। ਐਸੀ ਜਿਹੜੀ ਹੈ ਰੱਬ ਤੇ ਭਗਤਾਂ ਦਾ ਆਪਸ ਵਿੱਚ ਮੇਲ ਹੈ। ਇਹ ਜਿਹੜਾ ਸੰਦੇਸ਼ ਸੀਗਾ ਨਾ ਸ੍ਰੀ ਮੁਰਾਰੀ ਜੀ ਨੇ ਦਿੱਤਾ ਸੀਗਾ। ਸੋ ਦੂਸਰੀ ਜਿਹੜੀ ਘਟਨਾ ਉਹ ਇਹ ਹੈ ਕਿ 2 ਭੈਣਾਂ ਹੁੰਦੀਆਂ ਸੀ। ਇੱਕ ਦਾ ਨਾਂ ਸੀ ਗੰਗਾ ਬਾਈ, ਇੱਕ ਦਾ ਨਾਂ ਸੀ ਜਮਨਾ ਬਾਈ। ਇਹ ਜਿਹੜੀਆਂ ਗੰਗਾ ਤੇ ਜਮਨਾ ਸੀ ਦੋਨੇ ਭੈਣਾਂ ਸੀਗੀਆਂ। ਇਹ ਜਿਹੜੀਆਂ ਦੋਨੇ ਸੀਗੀਆਂ ਭੈਣਾਂ ਇਹ ਕਾਫੀ ਜਾਣੀ ਕਿ ਵੱਡੇ ਘਰ ਦੀਆਂ ਸੀਗੀਆਂ, ਕਿਉਂਕਿ ਇਹ ਘਟਨਾ ਮੁਗਲ ਕਾਲ ਦੀ ਆ। ਮੁਗਲ ਕਾਲ ਦੇ ਵਿੱਚ ਹੈ ਨਾ ਇਸ ਪਰਿਵਾਰ ਦੇ ਉੱਤੇ ਬੜਾ ਕਹਿਰ ਹੋਇਆ ਅਤੇ ਇਹਨਾਂ ਭੈਣਾਂ ਦਾ ਜਿਹੜਾ ਸਾਰਾ ਪਰਿਵਾਰ ਸੀ ਮੁਗਲਾਂ ਨੇ ਮਾਰ ਦਿੱਤਾ। ਪਰ ਇਹ ਦੋਨੇ ਭੈਣਾਂ ਛੋਟੀਆਂ ਸੀਗੀਆਂ, ਗੰਗਾ ਬਾਈ ਤੇ ਜਮਨਾ ਬਾਈ। ਇਹ ਕਿਸ ਤਰ੍ਹਾਂ ਨਾ ਬਚ ਕੇ ਨਿਕਲ ਕੇ ਕਿਸੇ ਜੰਗਲ 'ਚ ਚਲੇ ਗਈਆਂ। ਜਦ ਜੰਗਲ 'ਚ ਚੱਲ ਗਈਆਂ ਉੱਥੇ ਲੁਕ ਗਈਆਂ। ਕੁਦਰਤੀ ਉੱਥੇ ਇੱਕ ਹੈ ਨਾ ਮਨੋਹਰ ਨਾਂ ਦਾ ਜਿਹੜਾ ਇੱਕ ਪੰਡਤ ਹੁੰਦਾ ਸੀਗਾ, ਕੁਦਰਤੀ ਉਸ ਰਸਤੇ 'ਤੇ ਜਾ ਰਿਹਾ ਸੀ, ਉਹਦੀ ਨਜ਼ਰ ਇਹਨਾਂ ਬੱਚੀਆਂ 'ਤੇ ਪੈ ਗਈ। ਅਤੇ ਇਹ ਜਿਹੜਾ ਮਨੋਹਰ ਪੰਡਤ ਸੀਗਾ ਇਹ ਸੰਗੀਤ ਦਾ ਅਤੇ ਜਿਹੜਾ ਨਾਚ ਕਲਾ ਦਾ ਇਹ ਮਾਸਟਰ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਇਹ ਨ੍ਰਿਤ ਸਿਖਾਉਂਦਾ ਹੁੰਦਾ ਸੀ, ਸੰਗੀਤ ਕਲਾ ਵੀ ਸੀ ਅਤੇ ਇਹ ਤੋਂ ਨ੍ਰਿਤ ਕਲਾ ਵੀ ਸੀ। ਇਹ ਗੁਣ ਇਹਦੇ ਵਿੱਚ ਹੁੰਦੇ ਸੀਗੇ। ਸੋ ਇਹ ਬੱਚੀਆਂ ਬੜੀਆਂ ਸੁੰਦਰ ਸੀਗੀਆਂ, ਛੋਟੀਆਂ ਹੁੰਦੀਆਂ। ਇਹ ਦੋਨਾਂ ਨੂੰ ਘਰ ਲੈ ਆਇਆ। ਇਹਨੇ ਦੇਖਿਆ ਕਿ ਇਹਨਾਂ ਬੱਚੀਆਂ ਦਾ ਕੋਈ ਬਾਲੀ ਵਾਰਸ ਹੈ ਨਹੀਂ ਗਾ। ਸੋ ਇਹਨੇ ਕੀ ਕੀਤਾ, ਇਹ ਬੱਚੀਆਂ ਜਿਹੜੀਆਂ ਸੀ ਘਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਆਪ ਰੱਖ ਲਈਆਂ ਅਤੇ ਇਹਨਾਂ ਨੂੰ ਸੰਗੀਤ ਦੀ ਵਿੱਦਿਆ ਅਤੇ ਨ੍ਰਿਤ ਦੀ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ। ਪਰ ਦੂਸਰੀ ਗੱਲ ਇਹ ਸੀ ਕਿ ਜਿਹੜਾ ਮਨੋਹਰ ਲਾਲ ਪੰਡਤ ਜਿਹਦੇ ਵਿੱਚ 2 ਗੁਣ ਸੀਗੇ, ਇੱਕ ਸੰਗੀਤ ਦਾ ਅਤੇ ਨ੍ਰਿਤ ਦਾ, ਪਰ ਉਹਦੇ ਵਿੱਚ ਇੱਕ ਔਗਣ ਬੜਾ ਭਾਰਾ ਸੀਗਾ। ਕਿਉਂਕਿ ਉਹ ਅੱਤ ਦਾ ਲੋਭੀ ਸੀਗਾ। ਜਦੋਂ ਅੱਤ ਦਾ ਲੋਭੀ ਸੀਗਾ ਹੈ ਨਾ, ਉਹਨੇ ਕੀ ਕੀਤਾ, ਇਹਨਾਂ ਦੋਨਾਂ ਬੱਚੀਆਂ ਨੂੰ ਜਾਣੀ ਦੋਨਾਂ ਕਲਾ ਦੇ ਵਿੱਚ ਨਿਪੁੰਨ ਕਰ ਲਿਆ ਅਤੇ ਮਨ ਵਿੱਚ ਹੋਇਆ ਕਿ ਇਹ ਕਿਹੜੀਆਂ ਮੇਰੀਆਂ ਆਪਣੀਆਂ ਬੱਚੀਆਂ, ਜਦ ਕਿਤੇ ਮੈਨੂੰ ਚੰਗੀ ਰਕਮ ਮਿਲੀ ਮੈਂ ਇਹਨਾਂ ਬੱਚੀਆਂ ਨੂੰ ਹੈ ਨਾ ਕਿਸੇ ਦੂਰ ਰਾਜੇ ਨੂੰ ਖੁਸ਼ ਕਰਨ ਵਾਸਤੇ ਵੇਚ ਦੇਵਾਂਗੇ ਅਤੇ ਰਾਜੇ ਦੀ ਦਰਬਾਰ ਦੀ ਹੈ ਨਾ ਇਹ ਸੋਭਾ ਬਣ ਜਾਣਗੀਆਂ। ਇਹ ਸੋਚ ਕੇ ਹੈ ਨਾ ਮਨੋਹਰ ਪੰਡਤ ਸੀ ਬੱਚੀਆਂ ਨੂੰ ਆਗਰਾ ਲੈ ਗਿਆ। ਜਦ ਆਗਰਾ ਲੈ ਗਿਆ ਉੱਥੇ ਆਗਰੇ ਜਾ ਕੇ ਹੈ ਨਾ ਇਸ ਪੰਡਤ ਨੇ ਜਿਹੜੀ ਸੀ ਉਹ ਗੁਪਤ ਜਿਹੜੀ ਸੀ ਮੁਗਲ ਕਾਲ ਦਾ ਜਿਹੜਾ ਸ਼ਾਸਕ ਸੀਗਾ ਨਾ ਉਹਦੇ ਨਾਲ ਸਾਠਗਾਠ ਕਰ ਲਈ ਕਿ ਮੇਰੇ ਪਾਸ 2 ਲੜਕੀਆਂ, ਉਹ ਦੋਨੀਆਂ ਜਿਹੜੀਆਂ ਹੈਗੀਆਂ ਨ੍ਰਿਤ ਕਲਾ ਅਤੇ ਆ ਜਿਹੜੀ ਸੰਗੀਤ ਕਲਾ ਬੜੀਆਂ ਉੱਚੇ ਮਾਰ ਹੈਗੀਆਂ ਅਤੇ ਅਸੀਂ ਤੁਹਾਨੂੰ ਇਹ ਦੇ ਦਿੰਦੇ ਹਾਂ, ਤੁਹਾਡੇ ਰਾਜ ਦਰਬਾਰ ਦੀ ਸੋਭਾ ਬਣ ਜਾਣਗੀਆਂ ਅਤੇ ਮੈਨੂੰ ਇਹਦੇ ਬੱਟੇ ਹੈ ਨਾ ਇੰਨੀ ਭਾਰੀ ਰਕਮ ਦੇ ਦਿਓ। ਦੇਖੋ ਹੁਣ ਮੁਗਲ ਸ਼ਾਸਕ ਸੀਗਾ ਤਾਂ ਉਹਨੇ ਕੀ ਕੀਤਾ, ਇਹਨੂੰ ਹੈ ਨਾ ਕੁਛ ਜਿਹੜੀ ਰਕਮ ਦੇ ਦਿੱਤੀ ਮਨੋਹਰ ਲਾਲ ਪੰਡਤ ਨੂੰ। ਅਤੇ ਮਨੋਹਰ ਲਾਲ ਪੰਡਤ ਜਿਹੜਾ ਸੀਗਾ ਹੈ ਨਾ ਇਹ ਉਹ ਰਕਮ ਲੈ ਕੇ ਜਿਹੜੀ ਸੀ ਉਹ ਇਹਨਾਂ ਆਪਣੇ ਕੋਲ ਆ ਗਿਆ ਜਿੱਥੇ ਰਹਿੰਦਾ ਸੀਗਾ। ਪਰ ਕੁਦਰਤੀ ਕਾਰਨ ਐਸਾ ਹੋਇਆ ਕਿ ਜਦੋਂ ਇਹ ਬੱਚਿਆਂ ਨੂੰ ਉੱਥੇ ਆਗਰੇ ਜਿਹੜੀਆਂ ਸੀ ਉਹ ਮੁਗਲ ਜਿਹੜੇ ਹਾਕਮ ਸੀ ਉਹਨਾਂ ਕੋਲ ਲੈ ਕੇ ਜਾਣਾ ਸੀਗਾ, ਅਚਨਚੇਤ ਮਨੋਹਰ ਲਾਲ ਦੇ ਪੇਟ 'ਚ ਬੜੀ ਭਾਰੀ ਦਰਦ ਹੋਈ। ਉਸ ਦਰਦ ਦੇ ਵਿੱਚ ਹੈ ਨਾ ਫਿਰ ਮਨੋਹਰ ਲਾਲ ਦਾ ਇਉਂ ਸਮਝ ਲਿਆ ਜਿਵੇਂ ਅੰਤ ਸਮਾਂ ਆ ਗਿਆ। ਪਰ ਫਿਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹਨੇ ਕੀ ਕੀਤਾ, ਇਹਨਾਂ ਦੋਨਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅੰਤ ਸਮੇਂ ਅਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਵੀ ਮੇਰੇ ਮਨ ਦੇ ਵਿੱਚ ਜਿਹੜੀ ਸੀਗੀ ਤੁਹਾਡੇ ਪ੍ਰਤੀ ਜਿਹੜੀ ਸੀਗੀ ਉਹ ਬੇਵਫਾਈ ਜਾਗ ਪਈ ਆ ਅਤੇ ਮੈਂ ਤੁਹਾਨੂੰ ਵੇਚਣ ਦਾ ਜਿਹੜਾ ਸੀਗਾ ਫੈਸਲਾ ਕਰ ਦਿੱਤਾ ਸੀਗਾ। ਪਰ ਕਿਉਂਕਿ ਹੁਣ ਮੇਰਾ ਅੰਤ ਸਮਾਂ ਆ ਗਿਆ ਹੈਗਾ ਅਤੇ ਮੇਰੇ ਕੋਲ ਹੈ ਨਾ 30,000 ਰੁਪਈਆ ਹੈਗਾ ਅਤੇ ਇਹ ਫਲਾਨੀ ਜਗ੍ਹਾ ਧਰਤੀ 'ਚ ਗੱਡਿਆ ਹੋਇਆ, ਇਹ ਤੁਸੀਂ ਦੋਨੇ ਭੈਣਾਂ ਉੱਥੋਂ ਪੱਟ ਲਓ। ਪਰ ਇਹ ਜਿਹੜੇ ਪੈਸੇ ਆ ਹੁਣ ਮੇਰੇ ਕੰਮ ਤਾਂ ਨਹੀਂ ਆਉਣੇ, ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਹਨ ਇਹਨੂੰ ਵਰਤ ਲਓ ਅਤੇ ਪਰ ਇਹ ਜਿਹੜਾ ਟਿਕਾਣਾ ਛੱਡ ਕੇ ਇੱਥੋਂ ਦੂਰ ਕਿਤੇ ਨਿਕਲ ਜਾਓ ਤਾਂ ਜੋ ਹਾਕਮ ਨੂੰ ਅਗਰ ਸਵੇਰੇ ਪਤਾ ਲੱਗੇ ਕਿ ਤੁਸੀਂ ਇੱਥੋਂ ਭੱਜ ਗਈਆਂ, ਮੈਂ ਤੁਹਾਡੀ ਜਿਹੜੀ ਸੀ ਉਹ ਵੇਚਣ ਦੀ ਗੱਲਬਾਤ ਉਹਨਾਂ ਨੇ ਕੀਤੀ ਸੀ, ਕਿਤੇ ਉਹ ਤੁਹਾਨੂੰ ਹੈ ਨਾ ਫੜ ਕੇ ਆਪਣੇ ਕੋਲ ਜਬਰੀ ਨਾ ਲੈ ਜਾਵੇ। ਇਹ ਕਹਿ ਕੇ ਦੇਖੋ ਮਨੋਹਰ ਲਾਲ ਪੰਡਤ ਜਿਹੜਾ ਸੀਗਾ ਉਹਦੇ ਤਾਂ ਜਿਹੜੇ ਪ੍ਰਾਣ ਪਖੇਰੂ ਹੋ ਗਏ। ਫਿਰ ਇਹ ਜਿਹੜੀਆਂ ਦੋਨੇ ਬੱਚੀਆਂ ਗੰਗਾ ਬਾਈ ਅਤੇ ਜਮਨਾ ਬਾਈ ਉੱਥੋਂ ਇਹ ਭੱਜ ਕੇ ਜਿਹੜੀਆਂ ਸੀਗੀਆਂ ਇਹ ਜਿਹੜੀਆਂ ਸੀ ਕਿਸੇ ਦੂਰ ਚਲੇ ਗਈਆਂ। ਜਦ ਗਈਆਂ ਅਤੇ ਇਹਨਾਂ ਦਾ ਕੁਦਰਤੀ ਜਿਹੜਾ ਮਿਲਾਪ ਸੀਗਾ ਹੈ ਨਾ ਉਸ ਟਾਈਮ ਦੇ ਸ੍ਰੀ ਪਰਮਾਨੰਦ ਦਾਸ ਸੀਗੇ, ਕਾਫੀ ਉੱਚੇ ਕੋਟੂ ਦੇ ਸਾਧੂ ਸੀਗੇ।
ਉਹਨਾਂ ਦੇ ਨਾਲ ਹੋ ਗਿਆ। ਇਹ ਬੱਚੀਆਂ ਹੈ ਨਾ ਉਹਨਾਂ ਦੀ ਸ਼ਰਨ ਵਿੱਚ ਆ ਗਈਆਂ। ਜਦ ਦੇਖੋ ਸ਼ਰਨ 'ਚ ਆਈਆਂ ਕਿੱਥੇ ਜਿਹੜਾ ਨ੍ਰਿਤ ਕਰਦੀਆਂ ਸੀਗੀਆਂ ਅਤੇ ਜਾਂ ਸੰਗੀਤ ਕਰਦੀਆਂ ਸੀਗੀਆਂ, ਉਹ ਆਮ ਰਾਜਿਆਂ ਨੂੰ ਜਿਹੜੀ ਖੁਸ਼ ਕਰਨ ਵਾਸਤੇ, ਸ਼ਾਹੂਕਾਰਾਂ ਨੂੰ ਜਿਹੜੇ ਖੁਸ਼ ਕਰਨ ਵਾਸਤੇ ਕਰਦੀਆਂ ਸੀਗੀਆਂ। ਸਾਵੇਂ ਉਹ ਜਿਹੜੀਆਂ ਬੱਚੀਆਂ ਸੀਗੀਆਂ ਸ੍ਰੀ ਜਿਹੜੀਆਂ ਪਰਮਾਨੰਦ ਦਾਸ ਦੀ ਜਦ ਸ਼ਰਨ 'ਚ ਆਈਆਂ, ਹੁਣ ਉੱਥੇ ਉਹ ਨ੍ਰਿਤ ਵੀ ਕਰਦੀਆਂ, ਕੀਰਤਨ ਵੀ ਕਰਦੀਆਂ, ਸੇਵਾ ਵੀ ਕਰਦੀਆਂ, ਪਰ ਹੁਣ ਮੇਨ ਆਸ਼ਾ ਜਿਹੜਾ ਉਹ ਸੰਗਤ ਦੀ ਪ੍ਰਸ਼ੰਸਾ ਵਾਸਤੇ, ਸੰਗਤ ਦੀ ਸੀਸਾਂ ਵਾਸਤੇ, ਭਗਤਾਂ ਦੀ ਸੀਸ ਵਾਸਤੇ। ਭਾਵ ਕੀ ਆ, ਉਹਨਾਂ ਦਾ ਜੀਵਨ ਹੁਣ ਹੈ ਨਾ ਭਗਤੀ ਵਿੱਚ ਬਦਲ ਗਿਆ। ਜਿਹੜੀ ਦੁਨਿਆਵੀ ਕਿਰਿਆ ਸੀਗੀ ਹੈ ਨਾ ਉਹ ਉਹਨਾਂ ਦੇ ਵਿੱਚੋਂ ਜਿਹੜੀ ਖਤਮ ਹੋ ਗਈ ਅਤੇ ਭਗਤੀ ਕਿਰਿਆ ਸ਼ੁਰੂ ਹੋ ਗਈ। ਜਦ ਭਗਤੀ ਕਿਰਿਆ ਸ਼ੁਰੂ ਹੋਈ, ਇਸ ਭਗਤੀ ਦਾ ਸੰਗਤ ਦਾ ਐਸਾ ਅਸਰ ਹੋਇਆ ਹੈ ਨਾ ਕਿ ਮਨੋਹਰ ਲਾਲ ਦੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ 30,000 ਰੁਪਈਆ ਜਿਹੜਾ ਦੱਬਿਆ ਹੋਇਆ ਸੀ, ਇਹਨਾਂ ਦੋਨਾਂ ਬੱਚੀਆਂ ਨੇ ਉਹ ਜਿਹੜਾ ਸਾਰਾ ਪੈਸਾ ਸੀਗਾ ਨਾ ਉਹ ਸਾਰੀ ਸੰਗਤ ਦੀ ਸੇਵਾ ਦੇ ਵਿੱਚ ਲਾ ਦਿੱਤਾ। ਜਦ ਸੰਗਤ ਦੀ ਸੇਵਾ 'ਚ ਲਾ ਦਿੱਤਾ, ਕਾਰਨ ਐਸਾ ਹੋਇਆ ਕਿ ਇੱਕ ਵਾਰ ਇਹ ਦੋਨੇ ਬੱਚੀਆਂ ਰਾਤ ਨੂੰ ਸੁੱਤੀਆਂ ਪਈਆਂ ਸੀਗੀਆਂ। ਰਾਤ ਨੂੰ ਹੁਣ ਇਹਨਾਂ ਨੂੰ ਸੁਪਨਾ ਆਇਆ ਮਨੋਹਰ ਦਾਸ ਦਾ। ਸੁਪਨੇ ਦੇ ਵਿੱਚ ਮਨੋਹਰ ਦਾਸ ਨੇ ਉਹਨਾਂ ਨੂੰ ਦੱਸਿਆ ਕਿ ਜਿਹੜਾ ਮੈਂ ਪੈਸਾ ਦੱਬਿਆ ਸੀਗਾ, ਤੁਸੀਂ ਇਹ ਪੈਸਾ ਜਾਣੀ ਸੰਗਤ ਦੀ ਸੇਵਾ 'ਚ ਲਾਤਾ, ਇਹਦਾ ਸਦਉਪਯੋਗ ਕੀਤਾ ਹੈਗਾ, ਅਤੇ ਜਿਸ ਕਰਕੇ ਕਹਿੰਦਾ ਮੈਨੂੰ ਬੜੀ ਸ਼ਾਂਤੀ ਮਿਲੀ ਆ। ਪਰ ਦੂਸਰੀ ਗੱਲ ਇਹ ਆ ਕਿ ਜਦੋਂ ਦਾ ਮੈਂ ਜਿਹੜਾ ਸੀਗਾ ਸਰੀਰ ਛੱਡਿਆ, ਉਸ ਤੋਂ ਬਾਅਦ ਮੈਨੂੰ ਪ੍ਰੇਤ ਜੂਨੀ ਮਿਲੀ ਆ। ਮੈਂ ਬੜਾ ਦੁਖੀ ਸੀ, ਪਰ ਤੁਸੀਂ ਜਿਹੜਾ ਪੈਸਾ ਮੇਰਾ ਦੱਬਿਆ ਹੋਇਆ ਉਹ ਚੰਗੇ ਕੰਮ 'ਚ ਲਾਇਆ, ਸੰਗਤ ਦੀ ਸੇਵਾ 'ਚ ਲਾਇਆ, ਮੈਨੂੰ ਉਸ ਟਾਈਮ ਸ਼ਾਂਤੀ ਬੜੀ ਹੁਣ ਮਿਲੀ ਆ। ਪਰ ਦੂਸਰੀ ਗੱਲ, ਮੇਰੀ ਪ੍ਰੇਤ ਜੂਨ ਤੋਂ ਮੁਕਤੀ ਨਹੀਂ ਹੋ ਰਹੀ। ਸੋ ਉਹਨੇ ਹੈ ਨਾ ਇਹਨਾਂ ਬੱਚਿਆਂ ਨੂੰ ਸੁਪਨੇ 'ਚ ਇਹ ਦੱਸਿਆ ਕਿ ਅਗਰ ਤੁਸੀਂ ਮੇਰੇ ਨਾਲ ਜਾਣੀ ਕਿ ਸੱਚਾ ਪਿਆਰ ਕਰਦੀਆਂ ਹੈਗੀਆਂ, ਮੈਨੂੰ ਆਪਣੇ ਪਿਤਾ ਵਾਂਗੂ ਮੰਨਦੀਆਂ, ਅਤੇ ਤੁਸੀਂ ਇਸ ਤਰ੍ਹਾਂ ਕਰੋ, ਇੱਕ ਪਿੱਪਲ ਦਾ ਦਰੱਖਤ ਹੈਗਾ, ਉਹਦੀ ਜੜ੍ਹ ਦੇ ਵਿੱਚ ਜਿੰਨੀ ਵੀ ਸੰਗਤ ਵਾ ਨਾ ਜਿਹੜੀ ਤੁਹਾਡੇ ਦਰਬਾਰ ਦੇ ਵਿੱਚ ਆਉਂਦੀ ਆ, ਉਹ ਸੰਗਤ ਦਾ ਜਿਹੜਾ ਚਰਨਾ ਅੰਮ੍ਰਿਤ ਹੈ ਨਾ ਉਸ ਪਿੱਪਲ ਦੀ ਜੜ੍ਹ 'ਚ ਪਾ ਦਿਓ, ਅਤੇ ਤਾਂ ਜੋ ਮੇਰੀ ਪ੍ਰੇਤ ਜੂਨ ਤੋਂ ਖਲਾਸੀ ਹੋ ਜਾਵੇ। ਦੇਖੋ ਇਹ ਸਾਰੀ ਗੱਲਬਾਤ ਜਿਹੜੀ ਸੀ ਨਾ ਮਨੋਹਰ ਦਾਸ ਨੇ ਸੁਪਨੇ 'ਚ ਦੱਸੀ ਸੀਗੀ। ਦੇਖੋ ਫਿਰ ਇਹਨਾਂ ਦੋਨਾਂ ਜਿਹੜੀਆਂ ਬੱਚੀਆਂ ਸੀਗੀਆਂ ਗੰਗਾ ਬਾਈ, ਜਮਨਾ ਬਾਈ, ਇਹਨਾਂ ਨੇ ਫਿਰ ਇਹ ਗੱਲ ਜਿਹੜੀ ਸੀ ਨਾ ਆਪਣੇ ਮਹਾਤਮਾ ਸ੍ਰੀ ਪਰਮਾਨੰਦ ਦਾਸ ਨੂੰ ਦੱਸੀ ਸੀ। ਫਿਰ ਉਸ ਟਾਈਮ ਸ੍ਰੀ ਪਰਮਾਨੰਦ ਜੀ ਨੇ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਸੰਤ ਸਮਾਗਮ ਕੀਤਾ, ਬੜੀ ਸੰਗਤ ਜਿਹੜੀ ਉੱਥੇ ਬੁਲਾਈ। ਉਹਦੇ ਵਿੱਚ ਫਿਰ ਆਈ ਗਈ ਸੰਗਤ ਦੀ ਜਿਹੜੇ ਹੈ ਨਾ ਬੜਾ ਭੰਡਾਰਾ ਕੀਤਾ। ਭੰਡਾਰਾ ਕਰਕੇ ਜਿੰਨੀ ਵੀ ਸੰਗਤ ਆਈ ਸੀ ਹੈ ਨਾ ਇੱਕ ਛੋਟਾ ਜਿਹਾ ਚਵਿੱਚਾ ਬਣਾਇਆ ਸਾਰੀ ਸੰਗਤ, ਤੇ ਉਹਦੇ ਵਿੱਚ ਹੈ ਨਾ ਚਰਨ ਧਵਾ ਕੇ ਜਿਹੜੇ ਸੀਗੇ ਉਹ ਜਿਹੜੇ ਸੀ ਪੰਡਾਲ ਦੇ ਵਿੱਚ ਜਾਂਦੇ ਸੀਗੇ। ਉਹ ਜਿੰਨਾ ਵੀ ਜਿਹੜਾ ਚਰਨਾ ਅੰਮ੍ਰਿਤ ਜਿਹੜਾ ਸੀਗਾ ਉਹ ਚਵਿੱਚੇ 'ਚ ਹੋਇਆ ਸੀਗਾ, ਉਹ ਚੱਕ ਕੇ ਫਿਰ ਜਿਹੜੀ ਸੀ ਇਹਨਾਂ ਬੱਚੀਆਂ ਨੇ ਹੈ ਨਾ ਜਿਵੇਂ ਮਨੋਹਰ ਦਾਸ ਨੇ ਦੱਸਿਆ ਸੀਗਾ, ਉਹ ਚੱਕ ਕੇ ਪਿੱਪਲ ਦੀ ਜੜ੍ਹ ਦੇ ਵਿੱਚ ਪਾ ਦਿੱਤਾ। ਜਦ ਪਾ ਦਿੱਤਾ ਤਾਂ ਫਿਰ ਦੇਖੋ ਰਾਤ ਨੂੰ ਫਿਰ ਇਹਨਾਂ ਨੂੰ ਸੁਪਨਾ ਆਇਆ ਵੀ ਮੇਰੀ ਜਿਹੜੀ ਹੈ ਨਾ ਪ੍ਰੇਤ ਜੂਨ ਤੋਂ ਮੁਕਤੀ ਹੋ ਗਈ ਆ। ਇਹ ਜਿਹੜਾ ਮਨੋਹਰ ਦਾਸ ਨੇ ਸੁਪਨੇ 'ਚ ਦੱਸਿਆ ਸੀਗਾ ਕਿ ਹੁਣ ਮੇਰੀ ਪ੍ਰੇਤ ਜੂਨ ਤੋਂ ਮੁਕਤੀ ਹੋਈ ਆ, ਅਤੇ ਮੈਂ ਤੁਹਾਡਾ ਜਾਣੀ ਕਿ ਜਿਹੜਾ ਸ਼ੁਕਰੀਆ ਕਦੀ ਦੇ ਨਹੀਂ ਸਕਦਾ। ਦੇਖੋ ਇਹ ਫਿਰ ਬੱਚੀਆਂ ਜਿਹੜੀਆਂ ਸੀਗੀਆਂ ਹੈ ਨਾ ਇਹਨਾਂ ਨੂੰ ਸੰਤ ਕਰਕੇ ਸੰਗਤ ਜਿਹੜੀ ਸੀ ਉਹ ਪੂਜਣ ਲੱਗ ਪਈ। ਉਹ ਤੋਂ ਬਾਅਦ ਕੀ ਹੋਇਆ ਕਿ ਉਸ ਟਾਈਮ ਰਾਜਾ ਜਿਹੜਾ ਅਕਬਰ ਸੀਗਾ ਨਾ, ਅਕਬਰ ਰਾਜੇ ਦਾ ਇੱਕ ਭਤੀਜਾ ਸੀਗਾ ਜਿਹਦਾ ਨਾਂ ਸੀ ਅਜੀਜ਼ ਬੇਗ। ਇਹ ਜਿਹੜਾ ਅਜੀਜ਼ ਬੇਗ ਸੀਗਾ ਇਹਦੇ ਕੋਲ ਮਥੁਰਾ ਦਾ ਜਿਹੜਾ ਉਹਨਾਂ ਟਾਈਮਾਂ 'ਚ ਇਹ ਰਾਜਾ ਹੋਇਆ ਸੀਗਾ। ਸੋ ਇਹਨੇ ਇਹਨਾਂ ਬੱਚੀਆਂ ਦੇ ਜਾਣੀ ਕਿ ਜਿਹੜਾ ਨਾਚ ਨ੍ਰਿਤ ਗਾਣਾ ਜਿਹੜਾ ਸੀਗਾ ਉਹ ਸੁਣ ਛੱਡਿਆ ਸੀਗਾ। ਇਹਦੇ ਮਨ ਵਿੱਚ ਆਇਆ ਕਿ ਬੱਚੀਆਂ ਜਿਹੜੀਆਂ ਕੁਆਰੀਆਂ ਹੈਗੀਆਂ ਇਹ ਨ੍ਰਿਤ ਵੀ ਕਰਦੀਆਂ, ਨਾਚ ਵੀ ਕਰਦੀਆਂ, ਕਿਉਂ ਨਾ ਹੋਵੇ ਕਿ ਮੈਂ ਇਹਨਾਂ ਬੱਚੀਆਂ ਨੂੰ ਹੈ ਨਾ ਜਬਰੀ ਜਿਹੜਾ ਹੈ ਨਾ ਚੱਕ ਕੇ ਆਪਣੇ ਜਿਹੜੇ ਆ ਮਥੁਰਾ ਰਾਜ ਵਿੱਚ ਲੈ ਜਾਵਾਂ। ਸੋ ਇਹ ਸੋਚ ਕੇ ਹੈ ਨਾ ਇਹ ਜਿਹੜਾ ਅਜੀਜ਼ ਬੇਗ ਸੀਗਾ ਇਹ ਆਪਣੇ ਕੁਛ ਜਿਹੜੇ ਸਿਪਾਹੀ ਸੀ ਉਹਨਾਂ ਨਾਲ ਖੁਫੀਆ ਭੇਸ ਦੇ ਵਿੱਚ ਹੈ ਨਾ ਇਹਨਾਂ ਕੋਲ ਪਹੁੰਚ ਗਿਆ। ਜਦ ਪਹੁੰਚਿਆ ਤੇ ਇਹਨੇ ਜਦ ਦੇਖਿਆ ਕਿ ਇੱਥੇ ਸੰਗਤ ਬੜੀ ਆਉਂਦੀ ਆ, ਸੰਤ ਜਿਹੜੇ ਹੈ ਕਾਫੀ ਮਹਾਂਪੁਰਖ ਇਹਨਾਂ ਕੋਲ ਬੈਠੇ ਰਹਿੰਦੇ ਆ, ਇਹਨਾਂ ਬੱਚੀਆਂ ਨੂੰ ਆ ਕੇ ਹੈ ਨਾ ਦੁਨੀਆ ਜਿਹੜੀ ਆ ਉਹ ਸੰਤ ਦੀ ਨਜ਼ਰ ਦੇ ਨਾਲ ਹੁਣ ਤੱਕਦੀ ਹੈਗੀ ਆ। ਪਰ ਉਹਦੇ ਮਨ ਦੇ ਵਿੱਚ ਇਹ ਸੀਗਾ ਕਿ ਮੈਂ ਕਿਸੇ ਤਰ੍ਹਾਂ ਇਹ ਬੱਚੀਆਂ ਜਿਹੜੀਆਂ ਸੀਗੀਆਂ ਇਸੇ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਥੁਰਾ ਆਪਣੇ ਦਰਬਾਰ 'ਚ ਲੈ ਜਾਣ। ਸੋ ਉਹਨੇ ਕੀ ਕੀਤਾ ਹੈ ਨਾ ਭੇਸ ਜਿਹੜਾ ਸੀਗਾ ਉਹ ਬਣਾ ਲਿਆ ਇੱਕ ਸੇਵਾਦਾਰ ਦਾ। ਜਦ ਸੇਵਾਦਾਰ ਦਾ ਭੇਸ ਬਣਾਇਆ ਤੇ ਇਹਨਾਂ ਦੇ ਜਿਹੜੇ ਸਾਧੂ ਸੀਗੇ ਹੈ ਨਾ ਉਹਨਾਂ ਦੇ ਵਿੱਚ ਜਾ ਕੇ ਬੈਠ ਗਿਆ। ਜਦ ਰਾਤ ਹੋਈ ਉਹਨੇ ਸਾਰਾ ਭੇਦ ਲਿਆ ਕਿ ਬੱਚੀਆਂ ਰਾਤ ਨੂੰ ਕਿੱਥੇ ਸੌਂਦੀਆਂ। ਹੁਣ ਦੇਖੋ ਇਹ ਦੋਨੇ ਭੈਣਾਂ ਸੀਗੀਆਂ ਗੰਗਾ ਬਾਈ ਜਮਨਾ ਬਾਈ, ਜਿਸ ਜਗ੍ਹਾ ਸੁੱਤੀਆਂ ਸੀਗੀਆਂ ਹੈ ਨਾ ਅਜੀਜ਼ ਬੇਗ ਜਿਹੜਾ ਸੀਗਾ ਉਸ ਅਸਥਾਨ 'ਤੇ ਪਹੁੰਚ ਗਿਆ ਕਿ ਮੈਂ ਦੋਨਾਂ ਦਾ ਮੂੰਹ ਦੱਬ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਚੱਕ ਕੇ ਆਪਣੇ ਦਰਬਾਰ 'ਚ ਲੈ ਜਾਵਾਂ। ਜੋ ਹੀ ਜਦ ਉੱਥੇ ਪਹੁੰਚਿਆ ਜਿੱਥੇ ਗੰਗਾ ਬਾਈ ਅਤੇ ਜਮਨਾ ਬਾਈ ਸੁੱਤੀਆਂ ਸੀਗੀਆਂ, ਜਦ ਇਹਨਾਂ ਕੋਲ ਗਿਆ, ਜੋ ਹੀ ਜਦ ਇਹਨਾਂ ਦੀਆਂ ਸੁੱਤੀਆਂ ਪਈਆਂ ਤੇ ਉਹ ਹੱਥ ਰੱਖਣ ਲੱਗਾ, ਇੱਕ ਐਸਾ ਕ੍ਰਿਸ਼ਮਾ ਹੋਇਆ ਹੈ ਨਾ ਕਿ ਉਸ ਟਾਈਮ ਪਰਮੇਸ਼ਰ ਵਾਹਿਗੁਰੂ ਨੇ ਜਾਣੀ ਇਹਨਾਂ ਦੀ ਜਗ੍ਹਾ ਜਿਹੜਾ ਸੀਗਾ ਉਹ ਸ਼ੇਰ ਦਾ ਰੂਪ ਜਿਹੜਾ ਦਿਖਾ ਦਿੱਤਾ
ਕਿ ਉਹਨੇ ਜਦ ਹੱਥ ਲਿਆ ਤੇ ਕੀ ਦੇਖਿਆ, ਉੱਥੇ ਇੱਕ ਸਿੰਘ ਬੈਠਾ ਸੀਗਾ, ਇੱਕ ਸ਼ੇਰ ਸੀਗਾ, ਤੇ ਉਹ ਸ਼ੇਰ ਨੇ ਨਾ ਜ਼ੋਰ ਦੇ ਨੇ ਜਿਹੜਾ ਸੀਗਾ ਅਜੀਜ਼ ਬੇਗ ਨੂੰ ਝਪਟਾ ਮਾਰਿਆ। ਜਦ ਝਪਟਾ ਮਾਰਿਆ, ਜਿਹਦੇ ਨਾਲ ਅਜੀਜ਼ ਬੇਗ ਜਿਹੜਾ ਸੀ ਬੇਹੋਸ਼ ਹੋ ਕੇ ਥੱਲੇ ਡਿੱਗ ਪਿਆ। ਜਦ ਥੱਲੇ ਡਿੱਗ ਪਿਆ ਤੇ ਸਾਰੀ ਖੇਡ ਜਿਹੜੀ ਸੀਗੀ ਉਹ ਇਹਨਾਂ ਦੀ ਜਾਗ ਖੁੱਲ੍ਹ ਗਈ, ਬੱਚੀਆਂ ਵੀ ਉੱਠੀਆਂ। ਜਦ ਮਸਾਲਾਂ ਜਗਾਈਆਂ, ਜਦ ਦੇਖਿਆ ਤੇ ਉੱਥੇ ਅਜੀਜ਼ ਬੇਗ ਜਿਹੜਾ ਬੇਹੋਸ਼ ਪਿਆ ਸੀਗਾ। ਖੈਰ ਜਿਹੜੇ ਸੀ ਉੱਥੇ ਦੀ ਸੰਗਤ ਸਾਧੂ ਉਹ ਵੀ ਉੱਠੇ, ਤੇ ਬਾਕੀ ਜਿਹੜੇ ਸਿਪਾਹੀ ਸੀ ਉਹ ਤਾਂ ਜਿਹੜੇ ਸੀਗੇ ਇਹਨੂੰ ਛੱਡ ਕੇ ਚੋਰੀ ਦੇਣੀ ਵਿੱਚੋਂ ਬਾਹਰ ਨਿਕਲ ਗਏ। ਪਰ ਅਜੀਜ਼ ਬੇਗ ਨੂੰ ਜਦ ਜਿਹੜਾ ਸੀਗਾ ਉਹਨਾਂ ਸਾਧੂਆਂ ਨੇ ਜਿਹੜਾ ਸੀਗਾ ਉਹ ਹੋਸ਼ ਦੇ ਵਿੱਚ ਲਿਆਂਦਾ। ਫਿਰ ਅਜੀਜ਼ ਬੇਗ ਨੇ ਗੰਗਾ ਬਾਈ ਤੇ ਜਮਨਾ ਬਾਈ ਦੇ ਮੂਹਰੇ ਹੱਥ ਜੋੜ ਦਿੱਤੇ ਤੇ ਉਹਨਾਂ ਨੂੰ ਆਖਿਆ ਕਿ ਮੈਂ ਬੜੀ ਬੁਰੀ ਨੀਅਤ ਨਾਲ ਤੁਹਾਨੂੰ ਅਸਲ ਦੇ ਵਿੱਚ ਜਿਹੜਾ ਸੀਗਾ ਉਹ ਅਗਵਾ ਕਰਨ ਆਇਆ ਸੀਗਾ, ਪਰ ਤੁਹਾਡੀ ਜਿਹੜੀ ਹੈਗੀ ਆ ਮਾਲਕ ਉਹ ਅਕਾਲ ਪੁਰਖ ਨਿਰੰਕਾਰ ਜਿਹੜੀ ਆ ਉਹ ਆਪ ਰੱਖਿਆ ਕਰਦਾ। ਤੇ ਕਿਵੇਂ ਜਿਹੜੀ ਉਹ ਸ਼ੇਰ ਦੀ ਘਟਨਾ ਸੀਗੀ ਉਸ ਅਜੀਜ਼ ਬੇਗ ਨੇ ਜਿਹੜੀ ਸੀ ਸਾਰੀ ਸੰਗਤ ਦੇ ਵਿੱਚ ਦੱਸੀ ਸੀਗੀ। ਤੇ ਫਿਰ ਇਹਨਾਂ ਬੀਬੀਆਂ ਜਿਹੜੀਆਂ ਗੰਗਾ ਬਾਈ ਜਮਨਾ ਬਾਈ ਸੀਗੀਆਂ ਇਹ ਵੀ ਹੈਰਾਨ ਰਹਿ ਗਈਆਂ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਵਾਹਿਗੁਰੂ ਸਾਡਾ ਇੰਨੇ ਜਿਹੜਾ ਉਹ ਲਾਗੇ ਆ, ਨੇੜੇ ਆ, ਤੇ ਸਾਡੀ ਆਪ ਹੀ ਜਿਹੜੀ ਉਹ ਰੱਖਿਆ ਕਰ ਰਿਹਾ ਹੈਗਾ। ਉਸ ਤੋਂ ਬਾਅਦ ਅਜੀਜ਼ ਬੇਗ ਜਿਹੜਾ ਸੀਗਾ ਨਾ ਇਹਨਾਂ ਦੋਨਾਂ ਭੈਣਾਂ ਤੋਂ ਜਿਹੜੇ ਸੀ ਮਾਫੀ ਮੰਗ ਕੇ ਜਿਹੜਾ ਸੀ ਉਹ ਉੱਥੋਂ ਚਲੇ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹਨੇ ਜਾ ਕੇ ਦੋਨਾਂ ਭੈਣਾਂ ਨੂੰ ਕਾਫੀ ਧਨ ਦੌਲਤ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀਗੀ, ਤੇ ਹੋਰ ਵੀ ਬੜੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਹੁਣ ਮੇਰਾ ਜਿਹੜਾ ਉਹ ਜੋ ਮਨ ਦੇ ਵਿੱਚ ਮੇਰਾ ਤੁਹਾਡੇ ਪ੍ਰਤੀ ਜੋ ਖਿੱਚ ਸੀਗੀ ਜਿਹੜੀ ਉਹ ਖਿੱਚ ਜਿਹੜੀ ਆਮ ਕਿਸੇ ਬਦ ਚੱਲਣ ਇਨਸਾਨ ਦੀ ਹੁੰਦੀ ਆ ਪੂਰੀ ਤਰ੍ਹਾਂ ਗਾਇਬ ਹੋ ਗਈ ਆ। ਹੁਣ ਮੈਂ ਤੁਹਾਡਾ ਵੀ ਸੇਵਕ ਬਣ ਗਿਆ ਹੈਗਾ। ਇਸ ਕਰਕੇ ਪਰ ਇਹ ਬੀਬੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਅਜੀਜ਼ ਬੇਗ ਨੂੰ ਕਹਿ ਦਿੱਤਾ ਸੀਗਾ ਕਿ ਤੇਰੇ ਕਰਕੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜਿਹੜਾ ਵਾਹਿਗੁਰੂ ਹੈ ਸਾਡੇ ਅੰਗ ਸੰਗ ਹੈਗਾ, ਤੇ ਅਸੀਂ ਜਿੱਥੇ ਸਾਧ ਸੰਗਤ ਦੀ ਸੇਵਾ ਕਰਦੀਆਂ, ਮਹਾਤਮਾ ਦੀ ਸੇਵਾ ਕਰਦੀਆਂ, ਅਸੀਂ ਹੁਣ ਇਹ ਸੇਵਾ ਜਿਹੜੀ ਹੋਰ ਵੀ ਦ੍ਰਿੜ ਨਿਸ਼ਚੇ ਤੇ ਸਦ ਭਾਵਨਾ ਦੇ ਨਾਲ ਕਰਾਂਗੀਆਂ। ਸੋ ਇਹ ਜਿਹੜੀ ਸੇਵਾ ਸੀਗੀ ਇਹਨਾਂ ਦੋਨਾਂ ਬੀਬੀਆਂ ਨੇ ਜਿਹੜੀ ਸੀਗੀ ਇਹ ਸਾਰੀ ਉਮਰ ਸੰਗਤ ਦੀ ਕੀਤੀ ਆ। ਇਸ ਤੋਂ ਬਾਅਦ ਇਹ ਬੀਬੀਆਂ ਜਿਹੜੀਆਂ ਦੋਨੇ ਸੰਤਣੀਆਂ ਹੋਈਆਂ, ਜਿਹਦਾ ਨਾਂ ਗੰਗਾ ਬਾਈ ਤੇ ਜਮਨਾ ਬਾਈ ਹੋਇਆ ਸੀਗਾ। ਸੋ ਐਸੀਆਂ ਹੈਗੀਆਂ ਜਿਹੜੀਆਂ ਪਰਮਾਤਮਾਵਾਂ ਜਿਹੜੀਆਂ ਇਸ ਸੰਸਾਰ ਦੇ ਵਿੱਚ ਆਈਆਂ ਔਰ ਉਹਨਾਂ ਨੇ ਆਪਣੇ ਜਿਹੜੇ ਕਾਰਜ ਕੀਤੇ ਆ ਤੇ ਸ਼ੁਭ ਲਈ ਇਸ ਸੰਸਾਰ ਨੂੰ ਛੱਡ ਕੇ ਜਿਹੜੀਆਂ ਸੀਗੀਆਂ ਉਹ ਬਕੁੰਠ ਧਾਮ ਚਲੀਆਂ ਗਈਆਂ। ਸੋ ਦਾਸ ਇੰਨੀਆਂ ਹੀ ਇਹਨਾਂ ਦਾ ਜਿੰਨੀਆਂ ਜਿਹੜੀਆਂ ਮਹਾਨ ਹਸਤੀਆਂ ਇਹਨਾਂ ਦੇ ਜੀਵਨ ਦੀ ਜਿਹੜੀ ਹੈਗੀ ਤੁਛ ਮਾਤਰ ਵਿਚਾਰ ਉਹ ਆਪ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।